ਨਗਰਾਂ ਦੇ ਜਿਹੜੇ ਵਸਨੀਕ ਨੇ ਉਹਨਾਂ ਨਾਲ ਹੋ ਰਹੀ ਹੈ, ਉਹ ਸਾਰੇ ਇੱਕੋ ਗੱਲ ਕਹਿੰਦੇ ਨੇ ਕਿ ਸਾਡੇ ਨਾਲ ਧੱਕਾ ਹੋਇਆ। ਔਰ ਉਹ ਇਹ ਕਹਿੰਦੇ ਨੇ ਕਿ ਬਈ ਇਹ ਸ਼ਾਮਲਾਤ ਦੀ ਜ਼ਮੀਨ ਨਹੀਂ ਹੈਗੀ, ਇਹ ਕਈ ਵਰਿਆਂ ਤੋਂ ਕਈ ਦਸ਼ਕਾਂ ਤੋਂ ਇਹ ਜਿਹੜੀ ਜ਼ਮੀਨ ਹੈਗੀ ਹੈ ਇਹਦੀ ਮਲਕੀਅਤ ਔਰ ਇਹਦਾ ਕਬਜ਼ਾ ਸਾਡੇ ਕੋਲ ਰਿਹਾ। ਔਰ ਇਸ ਲਈ ਮੈਂ ਸਰਕਾਰ ਨੂੰ ਇਹ अपील भी करना चाहना है और आगा भी कराना चाहना है कि गैर कानूनी कार्रवाई नहीं होनी चाहिए। जे कानून के हिसाब नाल किसी की मलकीयत बनती हैगी है, ओदी मलकीयत होना गैर कानूनी काम है। इन्हां नाल कोई धक्का होगा तां लोड़ पई तां हिंदुस्तान की जिहड़ी सब तो उचली अदालत हैगी है सुप्रीम कोर्ट तक इन्हां दा केस लड़ांगे, ਇਹਨਾਂ ਦੀ ਪਿੱਠ ਤੇ ਖੜੇ ਹੋਵਾਂਗੇ, ਕਿਸੇ ਨਾਲ ਧੱਕਾ ਨਹੀਂ ਹੋਣ ਦੇਵਾਂਗੇ। ਕਿ ਖੈੜ ਨੇ 2017 ਚ ਵੀ ਇੱਥੇ ਝਾੜੂ ਵਾਲਿਆਂ ਨੂੰ ਚੁਣਿਆ ਸੀਗਾ, 2022 ਚ ਵੀ ਝਾੜੂ ਵਾਲਿਆਂ ਨੂੰ ਚੁਣਿਆ। ਇੱਥੇ ਦੇ ਜਿਹੜੇ ਐਮਐਲਏ ਨੇ ਉਹ ਪੰਜਾਬ ਸਰਕਾਰ ਚ ਵਜ਼ੀਰ ਨੇ। ਇਹ ਜਿਹੜੇ ਮਾਮਲੇ ਨੇ ਉਹ ਪੰਜਾਬ ਸਰਕਾਰ ਦੇ ਅਧੀਨ ਨੇ, ਪੰਜਾਬ ਸਰਕਾਰ ਦੇ ਅਖਤਿਆਰ ਖੇਤਰ ਚ ਆਉਂਦੇ ਨੇ। ਤੇ ਇਸ ਲਈ ਇੱਥੇ ਦੇ ਜਿਹੜੇ ਐਮਐਲਏ ਨੇ ਉਹਨਾਂ ਨੂੰ ਆ ਕੇ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਹੈ। ਪੰਜਾਬ ਦੇ ਵਿੱਚ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਪਿੰਡਾਂ ਦੇ ਵਿੱਚ ਜਾ ਕੇ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛੁਡਵਾਉਣ ਦੀ ਗੱਲ ਕਰ ਰਹੀ ਹੈ, ਪਰ ਦੂਜੇ ਪਾਸੇ ਕਈ ਪਿੰਡਾਂ ਦੇ ਵਿੱਚ ਹੁਣ ਪੰਜਾਬ ਸਰਕਾਰ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਤੇ ਕੱਲ ਛੋਟੀ ਬੜੀ ਨਗਰ ਦੇ ਵਿੱਚ ਜਾ ਕੇ ਸਰਕਾਰ ਦੇ ਨੁਮਾਇੰਦੇ ਨੇ, ਮੁੱਖ ਮੰਤਰੀ ਪੰਜਾਬ ਨੇ 2828 ਏਕੜ ਦੀ ਜ਼ਮੀਨ ਦਾ ਕਬਜ਼ਾ ਛੁਡਵਾਉਣ ਦੀ ਗੱਲ ਆਖੀ ਸੀ। ਉਸ ਤੋਂ ਬਾਅਦ 5 ਪਿੰਡ ਜਿਹੜੇ ਮਾਜਰੀਆਂ ਪੱਤੀਆਂ ਉਹਨਾਂ ਨੂੰ ਵੀ ਡਰ ਪੈ ਗਿਆ ਕਿ ਹੁਣ ਸਰਕਾਰ ਸਾਨੂੰ ਨਿਸ਼ਾਨਾ ਬਣਾਵੇਗੀ, ਜਿਸ ਨੂੰ ਲੈ ਕੇ 5 ਪਿੰਡਾਂ ਨੇ ਇੱਕ ਵੱਡਾ ਇਕੱਠ ਕੀਤਾ। ਅੱਜ ਪਿੰਡ ਕਸੌਲੀ ਦੇ ਵਿੱਚ ਮਨੀਸ਼ ਤਿਵਾੜੀ ਜਿਹੜੇ ਐਮਪੀ ਨੇ ਉਹਨਾਂ ਨੂੰ ਬੁਲਾਇਆ ਗਿਆ। ਉਹਨਾਂ ਅੱਗੇ ਮੰਗ ਰੱਖੀ ਹੈ ਕਿ ਸਾਡਾ ਮਾਮਲਾ ਪਾਰਲੀਮੈਂਟ ਵਿੱਚ ਚੁੱਕੋ, ਜਿਸ ਨੂੰ ਲੈ ਕੇ ਜਿਹੜੀ ਸਾਡੀ ਜ਼ਮੀਨਾਂ ਬਚਾਈਆਂ ਜਾ ਸਕਣ। ਤਾਂ ਇਸ ਨੂੰ ਲੈ ਕੇ ਇਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਸਾਡੀਆਂ ਮੁਸ਼ਤਰਕਾ ਜ਼ਮੀਨਾਂ ਨੇ ਕਾਫੀ ਲੰਬੇ ਸਮੇਂ ਤੋਂ ਅਸੀਂ ਵਾਹਣ ਜੋਗੀ ਜ਼ਮੀਨਾਂ ਨੂੰ ਬਣਾਇਆ, ਪਰ ਉਸ ਦੇ ਬਾਵਜੂਦ ਵੀ ਸਰਕਾਰ ਸਾਡੀ ਸੁਣਵਾਈ ਨਹੀਂ ਕਰ ਰਹੀ, ਅਫਸਰ ਸਾਡੀ ਸੁਣਵਾਈ ਨਹੀਂ ਕਰ ਰਹੇ। ਤਾਂ ਇਸ ਨੂੰ ਲੈ ਕੇ ਮਨੀਸ਼ ਤਿਵਾੜੀ ਜਿਹੜੇ ਪਹੁੰਚੇ ਨੇ, ਇਸ ਨੂੰ ਲੈ ਕੇ ਵੱਡਾ ਇਕੱਠ ਹੋ ਕੇ ਉਹਨਾਂ ਨੇ ਭਰੋਸਾ ਦਿਵਾਇਆ ਪਿੰਡ ਵਾਸੀਆਂ ਨੂੰ ਕਿ ਅਸੀਂ ਤੁਹਾਡੇ ਨਾਲ ਆ ਤੇ ਨਾਲ ਤੁਹਾਡੇ ਪਿੰਡਾਂ ਦਾ ਕੇਸ ਫ੍ਰੀ ਲੜਾਂਗੇ। ਇਹ ਵੱਡੇ ਐਲਾਨ ਅੱਜ ਮਨੀਸ਼ ਤਿਵਾੜੀ ਜਿਹੜੇ ਐਮਪੀ ਵੱਲੋਂ ਕੀਤਾ ਗਿਆ। ਇਸ ਨੂੰ ਲੈ ਕੇ ਵੱਡੇ ਇਕੱਠ ਦੇ ਵਿੱਚ ਮਨੀਸ਼ ਤਿਵਾੜੀ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਉਹ ਕੀ ਕਹਿ ਰਹੇ ਨੇ। ਇਹਨਾਂ ਦੇ ਉੱਤੇ ਲਗਾਤਾਰ ਇੱਥੇ ਪਿਛਲੇ ਦਿਨ ਵੀ ਵੱਡੀਆਂ ਕਾਰਵਾਈਆਂ ਕੀਤੀਆਂ ਗਈਆਂ, ਕਿਵੇਂ ਦੇਖਦੇ ਹੋ ਸਾਰੇ ਇਹਨਾਂ ਕਾਰਵਾਈਆਂ ਨੂੰ? ਦੇਖੋ ਇੱਦਾਂ ਹੈ ਕਿ ਮੇਰੀ ਜੋ ਗੱਲਬਾਤ ਇਹਨਾਂ ਨਗਰਾਂ ਦੇ ਜਿਹੜੇ ਵਸਨੀਕ ਨੇ ਉਹਨਾਂ ਨਾਲ ਹੋ ਰਹੀ ਹੈ, ਉਹ ਸਾਰੇ ਇੱਕੋ ਗੱਲ ਕਹਿੰਦੇ ਨੇ ਕਿ ਸਾਡੇ ਨਾਲ ਧੱਕਾ ਹੋ ਰਿਹਾ। ਔਰ ਉਹ ਇਹ ਕਹਿੰਦੇ ਨੇ ਕਿ ਬਈ ਇਹ ਸ਼ਾਮਲਾਤ ਦੀ ਜ਼ਮੀਨ ਨਹੀਂ ਹੈਗੀ, ਇਹ ਕਈ ਵਰਿਆਂ ਤੋਂ ਕਈ ਦਸ਼ਕਾਂ ਤੋਂ ਇਹ ਜਿਹੜੀ ਜ਼ਮੀਨ ਹੈਗੀ ਹੈ ਇਹਦੀ ਮਲਕੀਅਤ ਔਰ ਇਹਦਾ ਕਬਜ਼ਾ ਸਾਡੇ ਕੋਲ ਰਿਹਾ ਹੈ। ਔਰ ਇਸ ਲਈ ਮੈਂ ਸਰਕਾਰ ਨੂੰ ਇਹ अपील भी करना चाहना है और आगा भी कराना चाहना है कि गैर कानूनी कार्रवाई नहीं होनी चाहिए। जे कानून के हिसाब नाल किसी की मलकीयत बनती हैगी है, ओदी मलकीयत खोना गैर कानूनी काम है। और मैं इन्हों इसलिए कहा है कि जे इन्हां नाल कोई धक्का होगा तां लोड़ पई ਤਾਂ ਹਿੰਦੁਸਤਾਨ ਦੀ ਜਿਹੜੀ ਸਭ ਤੋਂ ਉਚਲੀ ਅਦਾਲਤ ਹੈਗੀ ਹੈ ਸੁਪਰੀਮ ਕੋਰਟ ਤੱਕ ਇਹਨਾਂ ਦਾ ਕੇਸ ਲੜਾਂਗੇ, ਇਹਨਾਂ ਦੀ ਪਿੱਠ ਤੇ ਖੜੇ ਹੋਵਾਂਗੇ, ਕਿਸੇ ਨਾਲ ਧੱਕਾ ਨਹੀਂ ਹੋਣ ਦੇਵਾਂਗੇ। ਹਾਂ, ਜੇ ਕਿਸੇ ਨੇ ਨਜਾਇਜ਼ ਸ਼ਾਮਲਾਤ ਦੀ ਜ਼ਮੀਨ ਤੇ ਕਬਜ਼ਾ ਕੀਤਾ ਹੈ ਔਰ ਉਹ ਕਬਜ਼ਾ ਸਰਕਾਰ ਛੁਡਾਉਣਾ ਚਾਹੁੰਦੀ ਹੈ ਤਾਂ ਜ਼ਰੂਰ ਛੁਡਾਵੇ। ਪਰ ਜਿੱਥੇ ਲੋਕ ਇਹ ਕਹਿੰਦੇ ਨੇ ਕਿ ਬਈ ਇਹ ਜ਼ਮੀਨ 1950 ਤੋਂ ਉਸ ਤੋਂ ਵੀ ਪਹਿਲੇ ਤੋਂ ਸਾਡੇ ਕਬਜ਼ੇ 'ਚ ਹੈਗੀ ਹੈ, ਸਾਡੀ ਮਲਕੀਅਤ ਹੈ, ਸਾਡੇ नो इंतकाल चढ़े हुए ने, मेरा ये मनना हैगा कि वो ज़मीन छोटे छोटे किसानों तो खोना बिल्कुल ही गलत है और गैर कानूनी है। अच्छा, कहा जा रहा है कि साड़ी सुनवाई नहीं हो रही, जिथे भी जाने कि सानू कह के मोड़ दें, थोड़ी जमीन सामला था थोपया जा रहा है, ये लोग कह रहे हैं। देखो इदा है, मैं वही कह रहा है कि सिर्फ थानू ही नहीं कह रहे, अपने सारे नुमाइंदियां नू कह रहे ने। मैं इन्हों ये भी अपील करना चाहूँगा कि खैड़ ने 2017 च भी ਇੱਥੇ ਝਾੜੂ ਵਾਲਿਆਂ ਨੂੰ ਚੁਣਿਆ ਸੀਗਾ, 2022 ਚ ਵੀ ਝਾੜੂ ਵਾਲਿਆਂ ਨੂੰ ਚੁਣਿਆ।
ਇੱਥੇ ਦੇ ਜਿਹੜੇ ਐਮਐਲਏ ਨੇ ਉਹ ਪੰਜਾਬ ਸਰਕਾਰ 'ਚ ਵਜ਼ੀਰ ਨੇ, ਇਹ ਜਿਹੜੇ ਮਾਮਲੇ ਨੇ ਉਹ ਪੰਜਾਬ ਸਰਕਾਰ ਦੇ ਅਧੀਨ ਨੇ, ਪੰਜਾਬ ਸਰਕਾਰ ਦੇ ਅਖਤਿਆਰ ਖੇਤਰ 'ਚ ਆਉਂਦੇ ਨੇ। ਤੇ ਇਸ ਲਈ ਇੱਥੇ ਦੇ ਜਿਹੜੇ ਐਮਐਲਏ ਨੇ ਉਹਨਾਂ ਨੂੰ ਆ ਕੇ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਹੈ। ਔਰ ਪੰਜਾਬ ਸਰਕਾਰ ਨਾਲ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਮਾਨ, ਉਹਨਾਂ ਕੋਲ ਇਹਨਾਂ ਦੀ ਗੱਲ ਪਹੁੰਚਾਉਣੀ ਚਾਹੀਦੀ ਹੈਗੀ ਹੈ। ਜੇ ਲੋਕੀ ਕਹਿ ਰਹੇ ਨੇ ਕਿ ਇੱਥੇ ਧੱਕਾ ਹੋ ਰਿਹਾ ਹੈਗਾ ਤਾਂ ਉਹਦੀ ਇਨਕੁਆਇਰੀ ਕਰਾ ਕੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਨ ਦੀ ਲੋੜ ਹੈ। ਅੱਛਾ ਸਰ, ਇੱਕ ਇਹ ਵੀ ਕਿਹਾ ਜਾ ਰਿਹਾ ਜੀ ਚੇਤਨ ਸਿੰਘ ਜੋੜੇ ਮਾਜਰੇ ਵੱਲੋਂ BC ਨੂੰ ਜਲੀਲ ਕੀਤਾ ਗਿਆ, ਉਸ ਬਾਰੇ ਤੁਹਾਡੇ ਕੀ? ਦੇਖੋ ਇੱਦਾਂ ਹੈ ਕਿ ਡਾਕਟਰ ਰਾਜ ਬਹਾਦਰ ਪੰਜਾਬ ਦੇ ਹੀ ਨਹੀਂ, ਇਸ ਮੁਲਕ ਦੇ ਬੜੇ ਉੱਘੇ ਡਾਕਟਰ ਨੇ। ਲੋਕੀ ਡੇਢ 2 ਮਹੀਨੇ ਉਹਨਾਂ ਤੋਂ ਅਪਾਇੰਟਮੈਂਟ ਲੈ ਕੇ ਇਲਾਜ ਕਰਾਉਣ ਜਾਂਦੇ ਨੇ। ਹੁਣ ਤੁਸੀਂ ਇਹੋ ਜਿਹੇ ਜਿਹੜੀਆਂ ਮਾਨਯੋਗ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਪੰਜਾਬ ਦੀ ਸੇਵਾ ਹੀ ਕੀਤੀ ਹੈਗੀ ਹੈ, ਜੇ ਉਹਨਾਂ ਦੀ ਤੁਸੀਂ ਬੇਇੱਜ਼ਤੀ ਕਰੋਗੇ, ਜੇ ਉਹਨਾਂ ਨਾਲ ਦੁਰਵਿਵਹਾਰ ਕਰੋਗੇ ਤਾਂ ਤੁਹਾਨੂੰ ਕੌਣ ਸਿਆਣਾ ਕਹੂਗਾ। ਲਾਸਟ ਸਵਾਲ ਹੈ ਕਿ ਪੁਲਾਂ ਦਾ ਬਹੁਤ ਮਾਮਲਾ ਹੈ, ਉਲਝਿਆ ਹੋਇਆ, ਹੁਣ ਪਾਣੀ ਭਰ ਕੇ ਆ ਰਿਹਾ ਜੀ, ਲੋਕਾਂ ਨੂੰ ਬੜਾ ਮੁਸ਼ਕਲ ਨਿਕਲਣ ਵਾਸਤੇ। ਦੇਖੋ ਇੱਦਾਂ ਹੈ ਕਿ ਜਿਹੜੇ ਪੁਲਾਂ ਦੇ ਮਾਮਲੇ ਨੇ ਜਾਂ ਵਿਕਾਸ ਦੇ ਮਾਮਲੇ ਨੇ, ਇਹ ਸੂਬੇ ਦੀ ਸਰਕਾਰ ਦੇ ਅਧੀਨ ਨੇ। ਜਦੋਂ ਪੰਜਾਬ 'ਚ ਕਾਂਗਰਸ ਦੀ ਸਰਕਾਰ ਸੀਗੀ, 2 ਸਾਲ ਕੋਵਿਡ ਨਾਲ ਖਰਾਬ ਹੋ ਗਏ, ਪਰ ਉਹਦੇ ਬਾਵਜੂਦ ਅਸੀਂ ਜਿੰਨਾ ਕੰਮ ਕਰ ਸਕਦੇ ਸੀਗੇ ਅਸੀਂ ਕੀਤਾ ਹੈਗਾ। ਹੁਣ ਵੀ ਜੋ ਵੀ ਹੈ ਉਹ ਅਸੀਂ ਜ਼ਰੂਰ ਇਹ ਜਿਹੜੀ ਸਰਕਾਰ ਹੈ ਉਹਦੇ ਸੰਗਿਆਨ 'ਚ ਲੈ ਕੇ ਆਵਾਂਗੇ। ਪਰ ਮੈਂ ਨਾ ਲੋਕਾਂ ਨਾਲ ਝੂਠ ਬੋਲਦਾ, ਨਾ ਝੂਠੇ ਵਾਅਦੇ ਕਰਦਾ ਹੈਗਾ। ਅੱਜ ਸਰਕਾਰ ਸਾਡੀ ਨਹੀਂ ਹੈਗੀ ਹੈ, ਤਾਂ ਇਸ ਲਈ ਜਿੰਨਾ ਹੋ ਸਕੇਗਾ ਉਹਨਾਂ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਲੜਨ ਦਾ ਐਲਾਨ ਕੀਤਾ ਸਰ ਤੁਸੀਂ? ਉਹ ਤਾਂ ਮੈਂ ਆਪਣਾ ਸਾਮੂਹਿਕ ਤੌਰ ਤੇ ਕੀਤਾ। 5 ਪਿੰਡਾਂ ਦੇ ਸਰਪੰਚ ਪੰਚ ਜਿਹੜੇ ਪਹੁੰਚੇ ਸੀ, ਇਸ ਨੂੰ ਲੈ ਕੇ ਕਮਲੀ ਚਾਵਲਾ ਜੀ ਪਹੁੰਚੇ ਹੋਏ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਚਾਵਲਾ ਜੀ, ਅੱਜ ਮਨੀਸ਼ ਤਿਵਾੜੀ ਜੀ ਪਹੁੰਚੇ ਹੈ ਤੇ ਤੁਸੀਂ ਵੀ ਨਾਲ ਪਹੁੰਚੇ ਹੋ। 5 ਪਿੰਡਾਂ ਨੇ ਇੱਕ ਵੱਡਾ ਇਕੱਠ ਕੀਤਾ ਕਿ ਸਾਡੀ ਜ਼ਮੀਨਾਂ ਦੇ ਉੱਤੇ ਡਾਕਾ ਮਾਰਿਆ ਜਾ ਰਿਹਾ ਹੈ ਸਰਕਾਰ ਵੱਲੋਂ। ਦੇਖੋ, ਜੋ ਸਾਨੂੰ ਅੱਜ 5 ਪਿੰਡਾਂ ਦੀ ਪੰਚਾਇਤਾਂ ਵੱਲੋਂ ਦੱਸਿਆ ਗਿਆ ਹੈ ਕਿ ਇਹਨਾਂ ਦੀ 1942, 1950, 1960 ਦੇ ਵਿੱਚ ਜਿਹੜੀਆਂ ਇਹਨਾਂ ਦੀਆਂ ਰਜਿਸਟਰੀਆਂ ਤੇ ਇੰਤਕਾਲ ਹੋਇਆ ਹੈ, ਇਹ ਬਿਲਕੁਲ ਜਿਹੜੀ ਸਰਕਾਰ ਹੈ ਇਹ ਬਿਲਕੁਲ ਧੱਕਾ ਕਰ ਰਹੀ ਹੈ। ਲੋਕਾਂ ਦਾ ਧਿਆਨ ਭੜਕਾਉਣ ਨੂੰ ਇਸ ਤਰੀਕੇ ਦੀਆਂ ਜਿਹੜੀਆਂ ਧੱਕੇਸ਼ਾਹੀਆਂ ਕਰ ਰਹੀ ਹੈ। ਸੋ ਅਸੀਂ ਮੈਂਬਰ ਪਾਰਲੀਮੈਂਟ ਸ਼੍ਰੀ ਮਨੀਸ਼ ਤਿਵਾੜੀ ਜੀ ਨੂੰ ਅੱਜ ਬੇਨਤੀ ਕੀਤੀ ਹੈ। ਉਹ ਅਨਾਉਂਸ ਵੀ ਕਰਕੇ ਗਏ ਹੈ ਕਿ ਮੈਂ ਇਹਨਾਂ ਦਾ ਜਿਹੜਾ ਕੇਸ ਹੈ ਦੇਸ਼ ਦੀ ਸਭ ਤੋਂ ਵੱਡੀ ਜਿਹੜੀ ਅਦਾਲਤ ਹੈ ਸੁਪਰੀਮ ਕੋਰਟ ਤੱਕ ਖੁਦ ਲੜੂੰਗਾ ਔਰ ਫ੍ਰੀ ਲੜੂੰਗਾ। ਸੋ ਇਸ ਤਰੀਕੇ ਨਾਲ ਅਸੀਂ ਅੱਜ ਪਿੰਡ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ। ਔਰ ਦੂਸਰੀ ਗੱਲ, ਜਿਸ ਤਰ੍ਹਾਂ ਸਾਨੂੰ ਸਰਪੰਚ ਸਾਹਿਬ ਨੇ ਕਿਹਾ ਕਿ ਸਾਡੇ ਨਾਲ ਤੁਸੀਂ ਧਰਨਿਆਂ ਤੇ ਬੈਠੋ, ਅਸੀਂ ਅੱਜ ਤੁਹਾਡੇ ਰਾਹੀਂ ਪੂਰੇ ਵਿਧਾਨ ਸਭਾ ਹਲਕਾ ਖਰੜ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਜਦੋਂ ਵੀ ਸਾਨੂੰ ਪਿੰਡਾਂ ਦੇ ਸਰਪੰਚਾਂ ਵੱਲੋਂ, ਮੋਹਤਵਾਰ ਬੰਦਿਆਂ ਵੱਲੋਂ ਹੁਕਮ ਲੱਗੂਗਾ, ਅਸੀਂ ਧਰਨੇ 'ਚ ਸਭ ਤੋਂ ਪਹਿਲਾਂ ਅਸੀਂ ਬੈਠੇ ਹੋਵਾਂਗੇ। ਅਸੀਂ ਇਹਨਾਂ ਦੀ ਜ਼ਮੀਨਾਂ ਤੇ ਬਿਲਕੁਲ ਡਾਕਾ ਨਹੀਂ ਵੱਜਣ ਦੇਣਾ। ਜਿਹੜੀਆਂ ਇਹਨਾਂ ਦੀਆਂ ਜ਼ਮੀਨਾਂ ਨੂੰ ਇੰਤਕਾਲ ਹੋਇਆਂ ਨੂੰ, ਮੇਰਾ ਖਿਆਲ ਹੈ ਵੀ ਸਾਡਾ ਤਾਂ ਜਨਮ 80 'ਚ ਹੋਇਆ, ਉਹ 42 ਔਰ 50 ਦੇ ਵਿੱਚ ਔਰ 60 ਦੇ ਵਿੱਚ ਇੰਤਕਾਲ ਹੋਇਆ, ਉਹਨੂੰ ਤੋੜ ਕੇ ਪੰਚਾਇਤੀ ਜ਼ਮੀਨ ਦੇ ਵਿੱਚ ਪਾ ਕੇ ਉਹਨਾਂ ਦੀਆਂ ਬੋਲੀਆਂ ਬਹੁਤ ਵੱਧ ਪੈਸੇ ਤੇ ਕਰਕੇ ਸਰਕਾਰ ਨੂੰ ਇਹ ਕਿਸੇ ਤਰੀਕੇ ਨਾਲ ਡੁੱਬਣ ਤੋਂ ਬਚਾ ਰਹੇ ਹੈ। ਪਰ ਸਰਕਾਰ ਦੇ ਕੋਲ ਕੁਝ ਨਹੀਂ, ਸਰਕਾਰ ਡੁੱਬਣ ਤੋਂ ਬਿਨਾ ਕੁਝ ਨਹੀਂ ਕਰ ਸਕਦੀ। ਝੂਠ ਬੋਲ ਕੇ ਪੰਜਾਬ ਦੇ ਵਿੱਚ ਸਰਕਾਰ ਆਈ, ਚਾਹੇ ਉਹ ਸਾਡੀਆਂ ਮਾਤਾਵਾਂ ਤੇ ਭੈਣਾਂ ਨੂੰ 1000 ਰੁਪਇਆ ਭੱਤਾ ਦੇਣ ਦੀ ਗੱਲ ਕਰੀਏ, ਚਾਹੇ ਉਹ ਬਿਜਲੀ ਦੇ ਬਿੱਲ ਫ੍ਰੀ ਨੂੰ ਦੇ ਕੇ ਗੱਲ ਕਰੀਏ, ਇਸ ਤਰ੍ਹਾਂ ਦੇ ਅਨੇਕਾਂ ਤਰ੍ਹਾਂ ਦੇ ਇਹਨਾਂ ਨੇ ਵਾਅਦੇ ਕੀਤੇ। ਚਾਹੇ ਉਹ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜੋ ਇਹਨਾਂ ਦੇ ਸੁਪਰੀਮੋ ਹੈ, ਉਹਨਾਂ ਨੇ ਕਿਹਾ ਕਿ ਜਿੱਦਣ ਸਾਡੀ ਸਰਕਾਰ ਬਣੂਗੀ ਅਸੀਂ ਸਹੁੰ ਚੱਕਣ ਵਾਲੇ ਦਿਨ ਜਿੰਨੇ ਕੱਚੇ ਮੁਲਾਜ਼ਮ ਹੈ ਸਭ ਤੋਂ ਪਹਿਲਾਂ ਸਾਡਾ ਪੈਨ ਹਰਾ ਜਿਹੜਾ ਹੈਗਾ ਉਸ ਸਟੇਜ ਤੋਂ ਪੱਕੇ ਕਰਨ ਦੇ ਲਈ ਚੱਲੂਗਾ। ਔਰ ਨਾਲ ਹੀ ਬੇਰੋਜ਼ਗਾਰੀ ਖਤਮ ਕਰਨ ਲਈ ਅਸੀਂ ਸਭ ਤੋਂ ਵੱਧ ਨੌਕਰੀਆਂ ਜਿਹੜੀਆਂ ਹੈਗੀਆਂ ਉਸੇ ਦਿਨ ਅਲਾਉ ਕਰਾਂਗੇ। ਨਾ ਅੱਜ ਤੱਕ ਕੱਚੇ ਮੁਲਾਜ਼ਮ, ਸਰਕਾਰ ਇਹ ਕਹਿ ਰਹੀ ਹੈ, ਸਰਕਾਰ ਕਹਿੰਦੀ ਕਿ ਅਸੀਂ ਪਿੰਡਾਂ ਦੀ ਜ਼ਮੀਨਾਂ ਨੂੰ ਕੁਝ ਨਹੀਂ ਕਹਿ ਰਹੇ ਕਿ ਅਸੀਂ ਤਾਂ ਵੱਡੇ ਫਾਰਮ ਹਾਊਸ ਜਿਹੜੇ ਬਾਹਰ ਲੋਕਾਂ ਨੇ ਬਣਾ ਕੇ ਇੱਥੇ ਕਬਜ਼ੇ ਕੀਤੇ ਹੋਏ ਸੀ ਉਹਨਾਂ ਨੂੰ ਛੁਡਵਾਇਆ ਜਾ ਰਿਹਾ। ਦੇਖੋ, ਇਹ ਅਸੀਂ ਹੁਣ ਵੀ ਕਹਿ ਰਹੇ ਹਾਂ, ਜੇ ਕੋਈ ਵੀ ਜ਼ਮੀਨ ਇਸ ਤਰੀਕੇ ਦੀ ਪਾਈ ਜਾਂਦੀ ਹੈ, ਜਿਸ ਬੰਦੇ ਨੇ ਨਜਾਇਜ਼ ਕਬਜ਼ਾ ਕੀਤਾ ਜਾਂ
ਉਹਨਾਂ ਦੇ ਰਿਕਾਰਡ ਦੇ ਮੁਤਾਬਕ ਜ਼ਮੀਨ ਸਹੀ ਨਹੀਂ, ਉਹਨੂੰ ਬਿਲਕੁਲ ਛਡਾਇਆ ਜਾਵੇ। ਅਸੀਂ ਸਰਕਾਰ ਦਾ ਸਮਰਥਨ ਤਾਂ ਇਹ ਲੋਕ ਅੱਜ 4 ਮਹੀਨੇ ਦੇ ਵਿੱਚ ਆਪਣੇ ਆਪ ਨੂੰ ਠੱਗੇ ਸਮਝਦੇ ਆ। ਸਿਮਰਨਜੀਤ ਸਿੰਘ ਮਾਨ ਨੂੰ ਜਿਤਾਇਆ, ਆਮ ਆਦਮੀ ਦਾ ਕੈਂਡੀਡੇਟ ਉਸ ਲੋਕ ਸਭਾ ਹਲਕੇ 'ਚੋਂ ਹਰਾਇਆ ਜਿੱਥੋਂ ਭਗਵੰਤ ਮਾਨ ਜੀ 2 ਵਾਰ ਜਿੱਤੇ। ਸੋ ਉਹਦਾ ਜਵਾਬ ਤਾਂ ਉਹਨਾਂ ਨੂੰ ਮੂੰਹ ਤੋੜ ਜਵਾਬ ਜਿਹੜਾ ਉੱਥੇ ਮਿਲ ਗਿਆ। ਇਸ ਤਰੀਕੇ ਨਾਲ ਅੱਜ ਸਰਕਾਰ ਜਿਹੜੀ ਬਣਾਈ ਆ, ਲੋਕ ਆਪਣੇ ਆਪ ਨੂੰ ਠੱਗੇ ਸਮਝ ਰਹੇ ਆ, ਪਰ ਅਸੀਂ ਲੋਕਾਂ ਨਾਲ ਡਟ ਕੇ ਖੜੇ ਆ। ਜਿੱਥੇ ਸਾਡੀ ਡਿਊਟੀ ਲਾਉਣਗੇ, ਜਿੱਥੇ ਸਾਡੀ ਜ਼ਿੰਮੇਵਾਰੀ ਲਾਉਣਗੇ, ਅਸੀਂ ਇਹਨਾਂ ਦੇ ਨਾਲ ਖੜੇ ਹਾਂ। ਠੀਕ ਹੈ, ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਹ ਸਨ ਕਮਲਜੀਤ ਚਾਵਲਾ, ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਅਗਰ 5 ਪਿੰਡਾਂ ਦੇ ਲੋਕ, ਇਲਾਕੇ ਦੇ ਲੋਕ ਧਰਨੇ ਵੀ ਲਾਉਣਗੇ ਤਾਂ ਸਭ ਤੋਂ ਪਹਿਲਾਂ ਅਸੀਂ ਹੋਵਾਂਗੇ। ਮਨੀਸ਼ ਤਿਵਾੜੀ ਨੇ ਵੀ ਐਲਾਨ ਕੀਤਾ ਹੈ। ਤਾਂ ਇਹਨਾਂ ਵੱਲੋਂ ਦੱਸਿਆ ਗਿਆ ਕਿ ਸਰਕਾਰ ਜਾਣਬੁੱਝ ਕੇ ਨਾਲ ਧੱਕਾ ਕਰ ਰਹੀ ਹੈ। ਅਗਰ ਕਿਸੇ ਨੇ ਜਾਣਬੁੱਝ ਕੇ ਜ਼ਮੀਨ, ਜਿਹੜੀ ਸਾਮਲਾਤ ਜ਼ਮੀਨ ਦੀ ਗੱਲ ਇਹਨਾਂ ਨੇ ਆਖੀ, ਅਗਰ ਸਾਮਲਾਤ ਜ਼ਮੀਨ ਕਿਸੇ ਨੇ ਕਬਜ਼ਾ ਕੀਤੀ ਉਹ ਛਡਵਾਉਣੀ ਚਾਹੀਦੀ ਹੈ। ਪਰ ਜਿਹੜੀ ਮੁਸ਼ਤਰਕਾ ਜ਼ਮੀਨਾਂ ਨੇ ਕਾਫੀ ਲੰਬੇ ਸਮੇਂ ਤੋਂ ਮਾਣਯੋਗ ਬਣਾਈਆਂ ਨੇ, 1942 ਦੇ ਪੁਰਾਣੇ ਇੰਤਕਾਲ ਨੇ, ਫਿਰ ਉਹਨਾਂ ਨੂੰ ਕਿਉਂ ਛਡਵਾਇਆ ਲੈ ਕੇ 5 ਪਿੰਡਾਂ ਦੇ 5 ਸਰਪੰਚ ਮੋਹਤਰ ਬੰਦੇ ਇਕੱਠੇ ਹੋਏ ਨੇ। ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਕਿ ਇਸੇ ਜਿਹੜੇ ਮਾਜਰੀਆਂ ਪੱਤੀਆਂ ਦੇ 5 ਪਿੰਡ ਨੇ, ਜੈਂਤੀ ਮਾਜਰੀ, ਗੁੜਾ, ਕਸੌਲੀ, ਕਰੌਂਦੇ ਵਾਲਾ, ਬਘਿੰਡੀ, ਇਹ ਕਈ ਪਿੰਡ ਨੇ ਜਿਨ੍ਹਾਂ ਪਿੰਡਾਂ ਨੇ ਅੱਜ ਤਹੀਆ ਕੀਤਾ ਕਿ ਅਸੀਂ ਇਕੱਠੇ ਹੋ ਕੇ ਸਰਕਾਰ ਅੱਗੇ ਮੰਗ ਰੱਖਣੀ ਹੈ, ਨਹੀਂ ਤਾਂ ਅਸੀਂ ਪੱਕੇ ਤੇ ਧਰਨੇ ਲਾਣੇ ਵਾਸਤੇ ਮਜਬੂਰ ਹੋਵਾਂਗੇ। ਕਿਉਂਕਿ ਜਦੋਂ ਤੋਂ ਛੋਟੀ ਬੜੀ ਨਗਰ ਦਾ ਕਬਜ਼ਾ ਲਿਆ ਗਿਆ ਸਰਕਾਰ ਵੱਲੋਂ, ਉਸ ਤੋਂ ਬਾਅਦ ਜਾ ਕੇ 5 ਪਿੰਡਾਂ ਨੇ ਅੱਜ ਵੱਡਾ ਇਕੱਠ ਕਰਕੇ ਮਨੀਸ਼ ਤਿਵਾੜੀ ਨੂੰ ਬੁਲਾ ਕੇ ਆਪਣੀ ਮੰਗ ਰੱਖੀ ਹੈ। ਸਭ ਤੋਂ ਪਹਿਲਾਂ ਸਾਬਕਾ ਸਰਪੰਚ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਪਾਲ ਸਿੰਘ, ਤੇ ਕਿਵੇਂ ਦੇਖਦੇ ਹੋ ਪਾਲ ਸਿੰਘ ਕਿ ਕੱਲ ਪਰਸੋਂ ਜਿਹੜਾ ਛੋਟੀ ਬੜੀ ਨਗਲ ਕਬਜ਼ਾ ਹੋਇਆ, ਉਸ ਨੂੰ ਲੈ ਕੇ ਲੱਗਦਾ ਕਿ ਤੁਹਾਡੇ ਮਨਾਂ ਦੇ ਵੀ ਡਰ ਹੋ ਗਿਆ ਕਿ ਤੁਹਾਡੇ ਵੱਲ ਵੀ ਸਰਕਾਰਾਂ ਮੂੰਹ ਕਰਨ ਨੂੰ ਤਿਆਰ ਹੋ ਗਈਆਂ? ਬਿਲਕੁਲ ਜੀ, ਸਾਡੇ ਲੋਕ ਬਹੁਤ ਪਰੇਸ਼ਾਨ ਹੈ ਜੀ। ਕੱਲ ਤੋਂ ਹੀ ਡਰ ਕੇ ਬੈਠੇ ਆ ਬਹੁਤ ਜ਼ਿਆਦਾ, ਕਿਉਂਕਿ ਜਿਸ ਤਰ੍ਹਾਂ ਕਿ ਕੱਲ ਨਗਲ ਕਬਜ਼ਾ ਲਿਆ ਗਿਆ ਤੇ ਸਾਡੇ ਲੋਕਾਂ ਨੂੰ ਵੀ ਇਹੀ ਆ ਵੀ ਸਾਡੇ ਵੀ ਆਣਗੇ ਇਹ ਕਬਜ਼ਾ ਲੈਣ ਲਈ। ਹਾਂਜੀ, ਅਸੀਂ ਤਾਂ ਫਿਰ ਧਰਨਿਆਂ ਤੇ ਬੈਠੂਗੇ, ਹੋਰ ਸਾਡੇ ਕੋਲ ਕੋਈ ਹੱਲ ਨਹੀਂ ਹੈਗਾ। ਪਰ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਤਾਂ ਉਹਨਾਂ ਨੂੰ ਛੇੜ ਰਹੇ ਹਾਂ ਜਿਨ੍ਹਾਂ ਦੇ ਫਾਰਮ ਹਾਊਸ ਹੈ। ਅਸੀਂ ਪਿੰਡਾਂ ਵਾਲਿਆਂ ਦਾ ਨਾ ਬਾੜਾ, ਨਾ ਉਹਨਾਂ ਦੀ ਬਾਈਆਂ ਯੋਗ ਜ਼ਮੀਨਾਂ, ਉਹਨਾਂ ਨੂੰ ਕੁਝ ਨਹੀਂ ਕਹਿ ਰਹੇ। ਦੇਖੋ ਜੀ, ਫਾਰਮਾਂ ਵਾਲੇ ਵੀ ਸਾਡੇ ਤੇ ਹੀ ਜ਼ਮੀਨਾਂ ਲੈ ਕੇ ਉਹਨਾਂ ਨੇ ਫਾਰਮ ਬਣਾਏ। ਧੱਕਾ ਤਾਂ ਉਹਨਾਂ ਨੇ ਵੀ ਕੀਤਾ ਨਹੀਂ ਸਾਡੇ ਗੱਲ। ਉਹਨਾਂ ਨੇ ਸਾਡੇ ਜ਼ਮੀਨਾਂ ਸਾਡੇ ਤੋਂ ਹੀ ਲਈਆਂ, ਮੁੱਲ ਲੈ ਕੇ ਉਹਨਾਂ ਨੇ ਫਾਰਮ ਬਣਾਏ। ਕੋਈ ਧੱਕਾ ਨਹੀਂ ਕੀਤਾ ਉਹਨਾਂ ਨੇ। ਠੀਕ ਹੈ, ਬਿਲਕੁਲ ਤੁਸੀਂ ਦੇਖੋ ਨਾਲ ਨਾਲ ਅਸੀਂ ਗੱਲ ਕਰਦੇ ਰਹਾਂਗੇ ਜਿੰਨੇ ਵੀ ਜਿਹੜੇ ਇੱਥੇ ਮੋਹਤਰ ਬੰਦੇ ਸਰਪੰਚ ਪੰਚ ਨੇ। ਮੱਖਣ, ਜਿਵੇਂ ਕੱਲ ਮੁੱਖ ਮੰਤਰੀ ਪੰਜਾਬ ਵੀ ਮੌਕੇ ਪਹੁੰਚੇ, ਮੰਤਰੀ ਪਹੁੰਚੇ, ਹੈ ਨਾ, ਕੁਲਦੀਪ ਸਿੰਘ ਧਾਲੀਵਾਲ ਪਹੁੰਚੇ। ਉਹ ਕਹਿੰਦੇ ਕਿ ਇੱਥੇ ਬੜੇ ਲੋਕਾਂ ਨੇ 1100 ਏਕੜ, ਕਿਸੇ ਨੇ 500 ਏਕੜ, ਕਿਸੇ ਨੇ 150 ਏਕੜ ਕਬਜ਼ਾ ਕੀਤਾ ਹੋਇਆ ਸੀ। ਉਹ ਅਸੀਂ ਸਰਕਾਰ ਦੇ ਪੰਚਾਇਤ ਦੇ ਹਵਾਲੇ ਕੀਤੀ ਹੈ, ਨਾ ਕਿ ਅਸੀਂ ਪਿੰਡ ਵਾਲਿਆਂ ਨੂੰ ਕੁਝ ਕਿਹਾ। ਨਹੀਂ, ਉਹ ਕਿੱਥੇ ਲਿਖ ਕੇ ਦਿੱਤਾ ਜੀ ਸਾਨੂੰ ਪਿੰਡ ਵਾਲੇ ਜ਼ਮੀਨ ਅਸੀਂ ਪਿੰਡ ਵਾਲੇ ਦੇ ਨਾਂ ਕਰਾਤੀ? ਕਿਤੇ ਸਰਕਾਰ ਨੇ ਦਿੱਤਾ, ਕੋਈ ਲਿਖ ਦਿੱਤਾ ਕਿ ਹਾਂਜੀ ਅਸੀਂ ਛੋਟੇ ਜ਼ਿਮੀਂਦਾਰ ਨਹੀਂ ਛੇੜਦੇ? ਨੰਬਰ ਦੂਜੀ, ਫਾਰਮਾਂ ਵਾਲਿਆਂ ਨੇ ਉਹਨਾਂ ਨੇ ਵਿਚਾਰਾ ਮੁੱਲ ਖਰੀਦੀ ਹੈ, ਰਜਿਸਟਰੀਆਂ ਕਰਾਈਆਂ ਉਹਨਾਂ ਨੇ, ਉਹਨਾਂ ਦਾ ਰੈਵਨਿਊ ਮੋੜੂਗੀ ਸਰਕਾਰ ਜੀ। ਰੈਵਨਿਊ ਉਹਨਾਂ ਨੇ ਦਿੱਤਾ ਸਰਕਾਰ ਨੂੰ, ਉਹ ਮੋੜਨਗੇ। ਪਰ ਜਿਵੇਂ ਤੁਹਾਡੇ ਵੱਲੋਂ ਵੀ ਕਿਹਾ ਗਿਆ ਹੁਣ ਇੱਥੇ ਮੀਟਿੰਗ ਦੇ ਵਿੱਚ ਕਿ ਸਾਡੇ ਕੋਲ ਪੁਰਾਣੀਆਂ ਜਿਹੜੀਆਂ ਰਜਿਸਟਰੀਆਂ ਪਈਆਂ ਨੇ, ਇੰਤਕਾਲ ਪਏ ਨੇ, ਪਰ ਉਸ ਦੇ ਬਾਵਜੂਦ ਵੀ ਸਰਕਾਰ ਸਾਡੇ ਇੰਤਕਾਲ ਨਹੀਂ ਦੇਖ ਰਹੀ, ਸਾਡੇ ਰਜਿਸਟਰੀਆਂ ਦੇਖ ਰਹੀ। ਉਸ ਦੇ ਬਾਵਜੂਦ ਵੀ ਆਣ ਕੇ ਧੱਕੇ ਨਾਲ ਕਬਜ਼ੇ ਕਰ ਰਹੀ ਹੈ। ਤੁਹਾਨੂੰ ਵੀ ਲੱਗਦਾ ਡਰ ਇਹ ਪੈਦਾ ਹੋ ਗਿਆ ਕਿ ਕਿਤੇ ਨਾ ਕਿਤੇ ਨਗਲ ਹੋਇਆ ਤੁਹਾਡੇ ਪਿੰਡਾਂ 'ਚ ਵੀ ਹੋ ਸਕਦਾ ਇਵੇਂ? ਸਾਡੇ ਤਾਂ ਅੱਜ ਤੱਕ ਇਹਨਾਂ ਨੇ ਕਰ ਹੀ ਦੇਣਾ। ਸਾਨੂੰ ਤਾਂ ਮਾਲਕ ਹਾਈ ਕੋਰਟ ਨੇ ਸਟੇ ਦਿੱਤੀ, ਉਹਦੇ ਕਰਕੇ ਅਸੀਂ ਬਚੇ ਹੋਏ। ਨਹੀਂ ਤਾਂ ਇਹਨਾਂ ਨੇ ਕਦ ਸਾਡਾ ਇਲਾਜ ਕਰਤਾ ਸੀ। ਤੇ ਬੋਡੀ ਤਿਆਰੀ ਹੈ ਇਹਨਾਂ ਦੀ ਕਬਜ਼ੇ ਲੈਣ ਦੀ। ਬਿਲਕੁਲ, ਤੁਹਾਡੀ ਜ਼ਮੀਨਾਂ ਨੂੰ ਡਰ ਬਣਿਆ ਹੋਇਆ ਕਿ ਅਸੀਂ ਤਾਂ ਡਰ ਮਹਿਸੂਸ ਕਰ ਰਹੇ ਹਾਂ। ਕਿ ਧਰਨਾ ਵੀ ਲਾਇਆ ਤੁਸੀਂ ਬੈਰੀਅਰ ਤੇ, ਆਪਣਾ ਮੰਗ ਪੱਤਰ ਵੀ ਦਿੱਤਾ, ਮੀਟਿੰਗ ਵੀ ਹੋਈ ਹੈ ਮੰਤਰੀ ਨਾਲ, ਫਿਰ ਵੀ ਸੁਣਵਾਈ ਨਹੀਂ? ਨਹੀਂ, ਸੁਣਵਾਈ ਤਾਂ ਇਸ ਤਰ੍ਹਾਂ ਇਹ ਸਰਕਾਰ ਹੈ ਜਿਹੜੀ ਸਰਾਸਰ ਧੱਕਾ ਕਰ ਰਹੀ ਹੈ, ਤੇ ਅਸੀਂ ਇਸ ਧੱਕੇ ਦਾ ਡਟ ਕੇ ਵਿਰੋਧ ਕਰਾਂਗੇ। ਪਹਿਲਾਂ ਵੀ ਕੀਤਾ ਸੀ, ਹੁਣ ਵੀ ਕੀਤਾ ਤੇ ਕਰਦੇ ਰਹਾਂਗੇ। ਜੇਕਰ ਨਜਾਇਜ਼ ਤੌਰ ਤੇ ਛੋਟੇ ਜ਼ਿਮੀਂਦਾਰਾਂ ਨੂੰ ਤੰਗ ਪਰੇਸ਼ਾਨ ਕੀਤਾ ਤਾਂ ਸਾਡੇ ਕੋਲ ਰਸਤਾ ਜਿਹੜਾ ਉਹ ਪਹਿਲਾਂ ਸਭ ਤੋਂ ਪਹਿਲਾਂ ਧਰਨੇ ਪ੍ਰਦਰਸ਼ਨ ਦਾ ਹੀ ਹੋਏਗਾ। ਬਾਕੀ ਕਾਨੂੰਨੀ ਰਸਤੇ ਆ ਜਿਹੜੇ ਉਹ ਨਾਲ ਦੀ ਨਾਲ ਚੱਲਦੇ ਰਹਿਣਗੇ। ਅੱਛਾ, ਜਿਵੇਂ ਤੁਸੀਂ ਦੱਸਿਆ ਕਿ ਸਾਡੀ ਕਦੇ ਸਾਮਲਾਤ ਨਹੀਂ ਜ਼ਮੀਨ ਸੀ, ਮੁਸ਼ਤਰਕਾ ਜ਼ਮੀਨਾਂ ਸੀ, ਸਭ ਕੁਝ ਸਾਡਾ ਕਾਗਜ਼ੀ ਤੌਰ ਤੇ ਪੂਰੀਆਂ ਨੇ, ਪਰ ਫਿਰ ਵੀ ਸਰਕਾਰ ਸਾਡੀ ਜ਼ਮੀਨਾਂ 'ਤੇ ਨਜ਼ਰ ਰੱਖ ਰਹੀ ਹੈ। ਕਿਵੇਂ ਦੇਖਦੇ ਹੋ ਕਿ ਸਰਕਾਰ ਜਿਹੜੀ ਤਾਨਾਸ਼ਾਹੀ ਦੇ ਨਾਲ ਰਵੱਈਆ ਵਰਤਿਆ ਹੋਇਆ? ਇਹ ਜਿਹੜੀਆਂ ਜ਼ਮੀਨਾਂ ਸਾਡੀਆਂ ਮਲਕੀਤੀ ਜ਼ਮੀਨਾਂ, ਇਹਦੇ ਵਿੱਚ ਛੋਟੇ ਛੋਟੇ ਜ਼ਿਮੀਂਦਾਰ ਆ, ਕੋਈ ਕਰਨਾਲ ਦਾ ਮਾਲਕ ਹੈ, ਕੋਈ 1 ਏਕੜ ਦਾ, ਕੋਈ 2 ਏਕੜ ਦਾ। ਇਹ ਜਿਹੜੇ
ਦੱਸੀ ਜਾਂਦੇ ਆ ਕਿ ਬਾਹਰ ਦੇ ਲੋਕਾਂ ਨੇ ਫਾਰਮ ਹਾਊਸ ਬਣਾ ਰੱਖੇ ਆ, ਉਹਨਾਂ ਲੋਕਾਂ ਨੇ ਸਾਡੇ ਪਿੰਡ ਦੇ ਲੋਕਾਂ ਕੋਲੋਂ ਜ਼ਮੀਨਾਂ ਖਰੀਦ ਕੇ ਹੀ ਬਣਾਏ ਆ, ਨਾ ਕਿ ਉਹਨਾਂ ਨੇ ਨਜਾਇਜ਼ ਕਬਜ਼ਾ ਕੀਤਾ ਹੈ। ਜੇਕਰ ਕਿਸੇ ਨੇ ਨਜਾਇਜ਼ ਕਬਜ਼ਾ ਕੀਤਾ ਤਾਂ ਉਹ ਬੇਸ਼ੱਕ ਛੁਡਾ ਲੈਣ, ਸਾਨੂੰ ਉਸ 'ਤੇ ਕੋਈ ਦਿੱਕਤ ਨਹੀਂ ਹੋਏਗੀ। ਪਰ ਜੇਕਰ ਸਾਡੇ ਛੋਟੇ ਜ਼ਿਮੀਂਦਾਰਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਤਾਂ ਉਸ ਵਾਸਤੇ ਅਸੀਂ ਧਰਨੇ ਪ੍ਰਦਰਸ਼ਨ ਜ਼ਰੂਰ ਕਰਾਂਗੇ। ਇੱਕ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਕਿ ਸਰਕਾਰ ਕਹਿੰਦੀ ਹੈ ਕਿ ਜਿਹੜੇ ਛੋਟੇ ਜ਼ਿਮੀਂਦਾਰ ਹੈਗੇ ਆ, ਉਹ ਚਾਹੇ 1 ਏਕੜ ਦਾ ਮਾਲਕ ਹੈ, 2 ਦਾ, 4 ਦਾ, 5 ਦਾ, ਉਸ ਨੂੰ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕੀਤਾ ਜਾਏਗਾ, ਉਹਨਾਂ ਦੇ ਕੋਲੋਂ ਕਬਜ਼ੇ ਨਹੀਂ ਲਏ ਜਾਣਗੇ। ਪਰ ਸਰਕਾਰ ਨੋਟੀਫਿਕੇਸ਼ਨ ਕਿਉਂ ਨਹੀਂ ਜਾਰੀ ਕਰ ਦਿੰਦੀ? ਸਰਕਾਰ ਜ਼ਬਾਨੀ ਕਿਉਂ ਕਹਿ ਰਹੀ ਹੈ? ਉਹ ਰਿਟਨ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕਰਦੇ ਆ, ਅਸੀਂ ਆਪਣੇ ਆਪਣੇ ਘਰਾਂ 'ਚ ਬੈਠ ਜਾਂਦੇ ਆ। ਗੱਲ ਮੰਨਣ ਵਾਲੀ ਤਾਂ ਇਹ ਹੈ ਨਾ ਕਿ ਸਰਕਾਰ ਆਪਣੇ ਸਟੈਂਡ ਤੇ ਕਾਇਮ ਤਾਂ ਅਸੀਂ ਤਾਂ ਮੰਨਦੇ ਆ ਜੇਕਰ ਸਾਨੂੰ ਰਿਟਨ 'ਚ ਦੇਵੇ। ਬਿਲਕੁਲ ਬਹੁਤ ਵੱਡੀ ਗੱਲ ਕਹੀ ਹੈ ਕਿ ਜਿਹੜਾ ਇਹ ਕਿਸੇ ਮੇਰੇ ਖਿਆਲ ਵਿਅਕਤੀ ਨੇ ਅਜੇ ਤੱਕ ਨਹੀਂ ਸੋਚਿਆ ਹੋਊਗਾ, ਜੋ ਪਿੰਡ ਦੇ ਸਰਪੰਚ ਸਾਹਿਬ ਵੱਲੋਂ ਦੱਸਿਆ ਗਿਆ ਕਿ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਸਰਕਾਰ ਅਗਰ ਛੋਟੇ ਛੋਟੇ ਜ਼ਿਮੀਂਦਾਰਾਂ ਨੂੰ ਤੰਗ ਪਰੇਸ਼ਾਨ ਨਹੀਂ ਕਰ ਰਹੀ ਤਾਂ ਇਸ ਨੂੰ ਲੈ ਕੇ ਇਹਨਾਂ ਪਿੰਡਾਂ ਨੇ ਮੰਗ ਚੁੱਕੀ ਹੈ ਕਿ ਅਗਰ ਸਾਡੇ ਜਿਹੜੇ ਛੋਟੀਆਂ ਜ਼ਮੀਨਾਂ ਦੇ ਮਾਲਕ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਤੁਸੀਂ ਨਹੀਂ ਕਰਨਾ ਤਾਂ ਫਿਰ ਤੁਸੀਂ ਨੋਟੀਫਿਕੇਸ਼ਨ ਜਾਰੀ ਕਰ ਦਿਓ ਕਿ ਇਹਨਾਂ ਪਿੰਡਾਂ ਦੇ ਬੜੇ ਫਾਰਮ ਹਾਊਸਾਂ ਦੇ ਉੱਤੇ ਕਾਰਵਾਈ ਕੀਤੀ ਜਾਵੇਗੀ, ਨਾ ਕਿ ਪਿੰਡਾਂ ਦੇ ਛੋਟੇ ਜ਼ਿਮੀਂਦਾਰਾਂ ਦੇ ਉੱਤੇ। ਜਿਵੇਂ ਸਰਪੰਚ ਸਾਹਿਬ ਹੁਣ ਸਰਪੰਚ ਨੇ ਦੱਸਿਆ ਕਿ ਸਾਨੂੰ ਨੋਟੀਫਿਕੇਸ਼ਨ ਜਾਰੀ ਕਰ ਦਿਓ ਕਿ ਅਸੀਂ ਜ਼ਮੀਨਾਂ ਦੇ ਮਾਲਕ ਰਹਾਂਗੇ, ਛੋਟੀ ਜ਼ਿਮੀਂਦਾਰ, ਵੱਡਿਆਂ ਨੂੰ ਨਹੀਂ, ਵੱਡਿਆਂ ਨੂੰ ਛੇੜਾਂਗੇ ਅਸੀਂ। ਪਰ ਇਹ ਵੀ ਲੱਗਦਾ ਕਿਤੇ ਨਾ ਕਿਤੇ ਮੰਗ ਤੁਹਾਡੀ ਜਾਇਜ਼ ਹੈ ਕਿ ਇਹ ਸਰਕਾਰ ਨੂੰ ਕਰਨਾ ਚਾਹੀਦਾ। ਦੇਖੋ ਜੀ ਗੱਲ ਇਦਾਂ, ਇਹ ਸਾਡੇ ਕਹਿੰਦੇ 5 ਪਿੰਡਾਂ 3600 ਏਕੜ ਜ਼ਮੀਨ ਹੈ, ਕਹਿੰਦੇ ਵੀ ਇਹ ਕਹਿੰਦੇ ਅਸੀਂ 3600 ਏਕੜ ਜ਼ਮੀਨ ਤੋੜਤੀ ਇਹਨਾਂ ਦੀ ਮਾਲਕਾਂ ਦੀ। ਪਰ ਸਰਕਾਰ ਇੱਥੇ ਵੀ ਕਹਿੰਦੇ ਵੀ ਅਸੀਂ 1 ਕਿੱਲੇ 2 ਕਿੱਲੇ 5 ਕਿੱਲੇ ਜ਼ਿਮੀਂਦਾਰ ਨੂੰ ਨਹੀਂ ਛੇੜਾਂਗੇ। ਉਹ ਮਲਕੀ ਤੇ 3600 ਕਿੱਲੇ ਦੇ ਵਿੱਚ ਹੀ ਆ ਗਈ, ਸਭ ਦੇ ਮਾਲਕ ਉਹਦੇ ਜੱਦੀ ਮਾਲਕ ਨੇ ਕਿ ਫਾਰਮ ਹਾਊਸ ਤੇ ਕੋਈ 3600 ਕਿੱਲਾ ਉਹਨਾਂ ਦੇ ਕੋਲ ਤਾਂ ਹੈਗਾ ਨਹੀਂ। ਪੰਜੋ ਪਿੰਡਾਂ ਸਾਂਝਾ ਮਸਤਰਕਾ ਹੈਗਾ, 3600 ਕਿੱਲੇ ਦੇ ਮਾਲਕ ਨੇ ਪੂਰੇ ਪ੍ਰੋਪਰ, ਤਾਂ ਕਿ ਸਾਨੂੰ ਪਤਾ ਰਹੇ 3600 ਖਤਮ ਹੋ ਜਾਏਗਾ, ਪੂਰੇ ਪਿੰਡਾਂ ਦੀ ਖਤਮ ਹੋ ਗਿਆ। ਫਿਰ ਤੇ ਕੋਈ ਲੱਗ ਕੋਈ ਜਗ੍ਹਾ ਪਈ ਹੈ ਜਿਹੜੀ ਉਹਦੇ ਵਾਸਤੇ ਫਾਰਮ ਵਾਸਤੇ ਬਣੀ ਹੋਈ ਹੈ ਵੀ ਉਹ ਲੱਗ ਮਲਕੀ 3600 ਕਿੱਲੇ ਦੀ ਹੈ। ਇਹਦੇ ਵਾਸਤੇ ਕੋਈ ਸਰਕਾਰ ਕਹਿ ਰਹੀ ਹੈ ਕਿ ਅਸੀਂ ਇਹ ਕਿਹੜੇ ਜ਼ਮੀਨਾਂ ਨਾਲ ਲੈ ਕੇ ਜਾਣੀਆਂ, ਤੁਹਾਡੇ ਕੋਲ ਰਹਿਣੀਆਂ, ਤੁਹਾਡੀ ਪੰਚਾਇਤਾਂ ਕੋਲ ਰਹਿਣੀਆਂ, ਆਮਦਨ ਤੁਹਾਡੇ ਪੰਚਾਇਤਾਂ ਨੂੰ ਹੋਣੀ ਆ, ਕਿ ਅਗਰ ਕਿਸੇ ਨੇ ਰੱਖਣੀ ਹੈ ਕਿ ਉਹ ਕੋਈ ਠੇਕਾ ਦੇ ਦੇਵੇ ਤਾਂ ਕਿ ਅਸੀਂ ਉਹਨਾਂ ਨੂੰ ਦੇ ਦਾਂਗੇ। ਨਹੀਂ, ਪਹਿਲੇ ਸਰਕਾਰ ਸਾਨੂੰ ਦੱਸਦਾ ਦੇਵੇ ਤੁਹਾਡੀ ਕਿਹੜੀ ਜ਼ਮੀਨ ਪੰਚਾਇਤ ਦੀ ਹੈ ਤੇ ਕਿਹੜੀ ਮਾਲਕਾਂ ਦੀ। 3600 ਕਿੱਲੇ ਉਸ ਤੋਂ ਕੋਈ ਵੰਡ ਤਾਂ ਕਰਦੇ ਜ਼ਮੀਨ ਦੀ ਵੀ ਇਹ ਪੰਚਾਇਤ ਨੂੰ ਦੇਵਾਂਗੇ ਸੀ, ਮਾਲਕਾਂ ਦੀ ਜ਼ਮੀਨ ਇੱਥੇ ਛੱਡਾਂਗੇ ਸੀ, ਇਹ ਫਾਰਮ ਹਾਊਸ ਦੀ ਜ਼ਮੀਨ ਹੈ। ਕੋਈ ਪਤਾ ਤਾਂ ਲੱਗੇ ਸਾਨੂੰ ਪਹਿਲੇ ਪ੍ਰੋਪਰ ਹੈ ਜ਼ਮੀਨ ਕਿਹੜੀ ਤੋੜਨ ਲੱਗੇ ਤੇ ਕਿਹੜੀ ਰੱਖਣ ਲੱਗੇ ਨੇ। ਇਹ ਤਾਂ ਇੱਕ ਤਾਂ ਕਹਿੰਦੇ ਮੁੱਖ ਮੰਤਰੀ ਸਾਹਿਬ ਵੀ 3600 ਕਿੱਲਾ ਅਸੀਂ ਤੋੜ ਕੇ ਪੰਚਾਇਤ ਨੂੰ ਦੇ ਦਾਂਗੇ, ਤੇ 3600 ਕਿੱਲੇ ਦੇ ਵਿੱਚ ਮਾਲਕ ਵੀ 3600 ਕਿੱਲੇ ਦੇ ਵਿੱਚ ਹੀ ਨੇ। ਉਹ ਕਿਹੜਾ ਲੱਗ ਤੋਂ ਕੋਈ ਜ਼ਮੀਨ ਤਿਆਰ ਕਰਕੇ ਦੇ ਦੇਣਗੇ? ਘਰ ਵੀ ਹੈਗੇ, ਉਹਦੇ ਬਾੜੇ ਵੀ ਹੈਗੇ, ਨਦੀਆਂ ਵੀ ਹੈਗੀਆਂ, ਟੋਬੇ ਵੀ ਹੈਗੇ, ਚੋਈ ਵੀ ਹੈਗੇ ਨੇ, ਕਿ 3600 ਦੇ ਵਿੱਚ ਹੀ ਸਭ ਕੁਝ ਕਵਰ ਕਰਦਾ ਇਹ। ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਜੀ ਕਹਿੰਦੇ ਨੇ ਕਿ 3600 ਕਿੱਲਾ ਅਸੀਂ ਪੰਚਾਇਤ ਨੂੰ ਦੇ ਦਾਂਗੇ ਤੋੜ ਕੇ। ਇਹ ਤਾਂ ਕੋਈ ਸਾਨੂੰ ਪਤਾ ਹੋਣਾ ਚਾਹੀਦਾ ਵੀ ਜ਼ਮੀਨ ਕਿੱਥੋਂ ਲੋਕ ਆਊ ਤਾਂ ਕਿਹਨੂੰ ਦੋਗੇ, ਇਹ ਮਾਲਕਾਂ ਨੂੰ ਕਿੱਥੋਂ ਜ਼ਮੀਨ ਦੋਗੇ ਤੇ ਪੰਚਾਇਤਾਂ ਜ਼ਮੀਨ ਕਿੱਥੋਂ ਦੋਗੇ? ਇਹ ਤੁਹਾਡੀ ਸੁਣਵਾਈ ਜੇ 5 ਪਿੰਡਾਂ ਦੇ ਲੋਕਾਂ ਦੀ ਨਹੀਂ ਹੁੰਦੀ ਤਾਂ ਅਗਲਾ ਕਦਮ ਕੀ ਹੈ ਤੁਹਾਡਾ? ਅਸੀਂ ਧਰਨੇ ਲਾਵਾਂਗੇ ਤੇ ਸਰਕਾਰ ਦਾ ਬਾਈਕਾਟ ਕਰਾਂਗੇ ਜੀ। ਇਹ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਊ। ਸਾਡੇ ਕੋਲ ਹੋਰ ਕੋਈ ਰਸਤਾ ਹੀ ਨਹੀਂ ਹੈਗਾ ਧਰਨਾ ਪ੍ਰਦਰਸ਼ਨ ਤੋਂ ਬਿਨਾਂ। ਤੇ ਜੇਕਰ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਵਿਗੜਦੀ ਹੈ ਤਾਂ ਉਹ ਅਸੀਂ ਸ਼ੌਕ ਦੇ ਨਾਲ ਤਾਂ ਲਾਉਣਾ ਨਹੀਂ ਧਰਨਾ ਪ੍ਰਦਰਸ਼ਨ, ਮਜਬੂਰੀ ਬਸ ਹੋ ਕੇ ਲਗਾਉਣਾ। ਉਹ ਜ਼ਿੰਮੇਵਾਰੀ ਹੈ ਜਿਹੜੀ ਉਹ ਸਰਕਾਰ ਦੀ ਹੋਏਗੀ, ਇਹਦੇ ਵਿੱਚ ਸਾਡਾ ਤਾਂ ਕੋਈ ਕਸੂਰ ਨਹੀਂ, ਕਿਉਂਕਿ ਸਾਨੂੰ ਤਾਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਠੀਕ ਹੈ, ਬਿਲਕੁਲ ਬਹੁਤ ਵੱਡੀ ਗੱਲ ਕਹੀ ਹੈ ਕਿ ਤੁਸੀਂ ਦੇਖੋ ਕਿ ਪਿੰਡ ਵਾਸੀ ਹੋਰ ਵੀ ਜਿਹੜੇ ਹਾਂ ਬਿਲਕੁਲ ਖੜੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਤੇ ਕਿਵੇਂ ਦੇਖੋ, ਇੱਕ ਸਵਾਲ ਤੇ ਅੱਜ ਇਕੱਠ ਹੋਇਆ ਵੱਡਾ, ਮਨੀਸ਼ ਤਿਵਾੜੀ ਜੀ ਆਏ, ਤੁਹਾਡੇ 5 ਪਿੰਡਾਂ ਨੇ ਮੰਗ ਰੱਖੀ ਹੈ ਕਿ ਸਾਡੀ ਜ਼ਮੀਨਾਂ ਬਚਾ ਲਓ। ਤੁਹਾਨੂੰ ਲੱਗਦਾ ਹੈ ਕਾਂਗਰਸ ਸਰਕਾਰ ਤੇ ਭਰੋਸਾ ਹੈ, ਮਨੀਸ਼ ਤਿਵਾੜੀ ਤੁਹਾਡੀ ਜ਼ਮੀਨਾਂ ਬਚਾਉਣਗੇ? ਦੇਖੋ ਇੱਦਾਂ ਮਨੀਸ਼ ਤਿਵਾੜੀ ਜੀ ਸਾਡੇ ਇਲਾਕੇ ਦੀ ਸ਼ਾਨ ਹੈ, ਠੀਕ ਹੈ ਜੀ। ਐਮਪੀ ਨੇ ਉਹ, ਲੋਕ ਸਭਾ ਜਾਂਦੇ, ਸਭ ਤੋਂ ਬੜੀ ਪੰਚਾਇਤ ਦੇ ਵਿੱਚ ਬੈਠਦੇ ਨੇ। ਜੇ ਉਹ ਉੱਥੇ ਜਾ ਕੇ ਸਾਡਾ ਮੁੱਦਾ ਚੱਕਣ ਤਾਂ ਕਿਉਂ ਨਹੀਂ ਹੋਏਗਾ? 100% ਹੋਏਗਾ। ਤੇ ਅਗਲਾ ਕਦਮ ਕੀ ਹੈ ਜੇ ਤੁਹਾਡੀ ਸੁਣਵਾਈ ਨਾ ਹੋਈ? ਅਗਲਾ ਕਦਮ ਤਾਂ ਉਹੀ ਹੈ ਕਿ ਧਰਨਾ। ਧੱਕੇਸ਼ਾਹੀ ਦੇ ਇਹ ਤਾਂ ਧੱਕੇਸ਼ਾਹੀ ਹੈ ਜੀ ਸ਼ਰੇਆਮ, ਠੀਕ ਹੈ ਜੀ। ਪਬਲਿਕ ਦੇ ਨਾਲ ਧੱਕੇਸ਼ਾਹੀ ਹੈ। ਇੱਥੇ ਕਿਹੜਾ ਬੜਾ ਜ਼ਿਮੀਂਦਾਰ, ਕਿਹਦੇ ਕੋਲ ਇੱਥੇ ਬੜੇ ਮਰੱਬੇ ਮਰਲਿਆਂ ਬਿਸਵੇਂ ਤਾਂ ਜਗ੍ਹਾ ਹੈ, ਔਰ ਬਹੁਤ ਲੋਕ ਨੇ ਇੱਥੇ ਜਿਹੜੇ ਬਿਸਵੇਂ ਕਨਾਲਾਂ 'ਚ ਹੀ ਬੈਠੇ ਨੇ। ਤੇ ਉਹ ਜਿਹੜੇ ਜਿੱਦਾਂ ਖੇਵੜਾਂ ਬਣੀਆਂ ਜਾਂ ਦੇਸ਼ ਆਮਲਤ ਬਣੀਆਂ, ਉਦੋਂ ਸਰਕਾਰਾਂ ਉਦੋਂ ਇਹ ਕਿਹੜਾ ਸੀਗਾ ਇੱਥੇ ਉਹ ਇੰਨੇ ਬੜਾ ਮਾਫੀਆ ਜਾਂ ਜਿਹਨੂੰ ਗੱਲ ਕਰਦੇ ਆ, ਇਹ ਤਾਂ ਮਾਫੀਆ ਵਗੈਰਾ ਦੀ ਰੌਲਾ ਹੁਣ ਪਿਆ ਨਾ 2-4 ਸਾਲਾਂ ਤੋਂ ਕਹਿ ਲਓ, 10 ਸਾਲ ਤੋਂ ਕਹਿ ਲਓ। ਪਰ ਇਹਦਾ ਬਹੁਤ ਲੰਬੀ ਕਹਾਣੀ ਹੈ, ਪੁਰਾਣੀ। ਔਰ ਸਾਡੇ ਪਿੰਡ ਜਿਹੜੇ ਨੇ ਕੋਈ ਅੱਜ ਦੇ ਨਹੀਂ, ਜੈਂਤੀ ਮਾਤਾ ਦਾ ਇਤਿਹਾਸ 600 ਸਾਲ ਪੁਰਾਣਾ ਦੱਸਿਆ ਜਾ ਰਿਹਾ, ਠੀਕ ਹੈ ਜੀ। ਉਸ ਤੋਂ ਬਾਅਦ ਲਗਭਗ 400 ਜਾਂ 500 ਸਾਲ ਤਾਂ ਹੋ ਹੀ ਗਏ ਹੋਣੇ।
ਤੇ ਅਸੀਂ ਸੁਣਦੇ ਆ ਰਹੇ ਹਾਂ ਕਿ ਸਾਡੇ ਜਿਹੜੇ ਬਜ਼ੁਰਗ ਆ ਉਹਨਾਂ ਦੀ ਵੀ ਇੱਥੇ ਖਰੀਦੋ ਫਰੋਖਤ ਹੁੰਦੀ ਰਹੀ ਹੈ। ਔਰ ਕੁਝ ਜਿਹੜੇ ਸਾਡੇ ਆਮ ਲੋਕ ਆ ਉਰੇ ਇੱਥੇ ਦੇ ਗਰੀਬ ਲੋਕ ਆ ਉਹਨਾਂ ਨੇ ਵੀ ਤਾਂ ਇੱਥੇ ਖਰੀਦੀ ਇੱਕ ਦੂਜੇ ਤੋਂ। ਉਹਨੇ ਕਿੱਦਾਂ ਢਿੱਡ ਮੰਨ ਕੇ ਆਪਣੇ ਪੈਸੇ ਕਮਾਏ ਹੋਣੇ, ਕਿੱਦਾਂ ਪੈਸੇ ਦਿੱਤੇ ਹੋਣੇ। ਬਿਲਕੁਲ ਬਹੁਤ ਵੱਡੀ ਗੱਲ ਹੈ। ਇਹਨਾਂ ਨੂੰ ਦੱਸਿਆ ਗਿਆ ਕਿ ਕਾਫੀ ਲੰਬੇ ਸਮੇਂ ਤੋਂ ਜਿਹੜੀ ਮੰਗ ਸੀ। ਸੋਚਾ ਜੀ ਜਿਵੇਂ ਹੁਣ ਜਿਹੜਾ ਕੱਲ ਦਾ ਜਿਹੜਾ ਛੋਟੀ ਬੜੀ ਨਗਲ ਪੂਰਾ ਹਾਦਸਾ ਹੋਇਆ, ਕਿਵੇਂ 2828 ਏਕੜ ਦਾ ਜਿਹੜਾ ਐਲਾਨ ਕੀਤਾ ਮੁੱਖ ਮੰਤਰੀ ਪੰਜਾਬ ਨੇ ਖੁਦ ਪਹੁੰਚੇ ਕਿ ਇੱਥੇ 1100 ਏਕੜ ਇੱਕ ਬੰਦੇ ਨੇ ਕਬਜ਼ਾ ਕੀਤਾ ਹੋਇਆ ਹੈ, ਕੁਛ ਏਕੜ 500 ਏਕੜ ਤੇ ਕਿਸੇ ਨੇ ਕਬਜ਼ਾ ਕੀਤਾ, 100 ਏਕੜ ਤੇ ਕਿਸੇ ਨੇ ਕਬਜ਼ਾ ਕੀਤਾ, ਬੜੇ ਲੀਡਰਾਂ ਦਾ ਨਾਮ ਵੀ ਆਇਆ। ਤਾਂ ਹੁਣ ਉਸੇ ਨੂੰ ਲੈ ਕੇ ਕਿਤੇ ਨਾ ਕਿਤੇ ਡਰ ਹੋਇਆ ਤੁਹਾਡੇ ਪਿੰਡਾਂ ਦੇ ਵਿੱਚ ਕਿ ਕਿਤੇ ਨਾ ਕਿਤੇ ਸਰਕਾਰ ਦੀ ਹੁਣ ਕਾਰ ਜਿਹੜੀ ਪੰਜਾਬ ਮੁੱਖ ਮੰਤਰੀ ਇੱਧਰ ਨੂੰ ਤੁਹਾਡੇ ਪਿੰਡਾਂ ਵੱਲ ਨੂੰ ਲਿਆਉਣ ਨੂੰ ਤਿਆਰ ਬੈਠੇ ਨੇ। ਪਹਿਲੀ ਗੱਲ ਤਾਂ ਮੈਂ ਸੀਐਮ ਸਾਹਿਬ ਨੂੰ ਕੱਲ ਦੀ ਜਿਹੜੀ ਉਹਨਾਂ ਨੇ ਕਾਰਵਾਈ ਕੀਤੀ ਹੈ ਇਹ ਸੋਚਦਾ ਹੈ ਕਿ ਹੰਕਾਰੀ ਹੋ ਗਿਆ ਹੈ। ਸੀਐਮ ਸਾਹਿਬ ਨੂੰ ਕਿਹੜੀ ਲੋੜ ਸੀ? ਉਹਦੇ ਕੋਲ ਐਡਾ ਪ੍ਰਸ਼ਾਸਨ ਹੈ, ਐਡੀ ਪੁਲਿਸ ਹੈ, ਐਡੇ ਡੀਸੀ ਬੈਠੇ ਹੈ, ਉੱਥੇ ਆਉਣ ਦੀ ਕਿਹੜੀ ਲੋੜ ਪੈ ਗਈ ਸੀ? ਇਹ ਇੱਕ ਬਦਲਾਖੋਰੀ ਦੀ ਨੀਤੀ ਕਰ ਰਿਹਾ ਹੈ। ਇਹ ਬਿਲਕੁਲ ਨਿੰਦਣਯੋਗ ਚੀਜ਼ ਹੈ, ਮਾਲਕਾਂ ਦੀ ਚੀਜ਼ ਹੈ, ਗਰੀਬ ਲੋਕ ਨੇ। ਹਾਂ ਜਿਹੜੇ ਕਿ ਨਜਾਇਜ਼ ਕਾਰਜ ਕੀਤੇ ਨੇ ਸਾਹਮਣੇ ਦੇ ਉਹ ਤੋੜ ਲੈਣਾ ਸਰਕਾਰ, ਸਾਨੂੰ ਕੋਈ ਇਤਰਾਜ਼ ਨਹੀਂ। ਕੱਲ੍ਹ ਉੱਥੇ ਲੋਕਾਂ ਨੇ ਬਹੁਤ ਆਪਣੇ ਦਿਖਾਏ ਸੀ ਕਿ ਡਾਕੂਮੈਂਟ ਦਿਖਾਏ, ਪੁਰਾਣੀਆਂ 1965 ਦੇ ਇੰਤਕਾਲ ਚੜ੍ਹੇ ਹੋਏ ਰਜਿਸਟਰੀਆਂ ਦਿਖਾਈਆਂ, ਪਰ ਸਰਕਾਰ ਕਹਿ ਰਹੀ ਅਸੀਂ ਪੁਰਾਣੇ ਨੂੰ ਨਹੀਂ ਮੰਨਦੇ ਕਿ ਸਾਡੇ ਨਵਾਂ ਜਿਹੜਾ ਚੜ੍ਹਿਆ ਹੋਇਆ ਇੰਤਕਾਲ ਚੜ੍ਹਿਆ ਹੋਇਆ ਉਸ ਮੁਤਾਬਕ ਕਾਰਵਾਈ ਕਰ ਰਹੇ ਹਾਂ। ਜੇ ਪੁਰਾਣੇ ਨੂੰ ਮੰਨਦੇ ਤਾਂ ਨਵੇਂ ਨੂੰ ਕਿਉਂ ਮੰਨਦੇ ਹੋ? ਮੈਂ ਕੁਐਸਚਨ ਕਰਦਾ, ਜਿਹੜਾ ਕੱਲ ਇੰਤਕਾਲ ਚੜ੍ਹਿਆ ਉਹਨੂੰ ਤੁਸੀਂ ਮੰਨਦੇ ਹੋ, ਜਿਹੜਾ ਅੱਜ ਤੋਂ 50 ਸਾਲ ਪਹਿਲਾਂ ਚੜ੍ਹਿਆ ਉਹਨੂੰ ਤੁਸੀਂ ਨਹੀਂ ਮੰਨਦੇ? ਇਹ ਕਿਹੜਾ ਕਾਨੂੰਨ ਹੈ? ਇਹ ਧੱਕਾ ਵਾ ਸਰ, ਇਹ ਧੱਕਾ ਹੈ। ਧੱਕਾ ਬਰਦਾਸ਼ਤ ਨਹੀਂ ਹੋਏਗਾ। ਤੇ ਮੈਂ ਮਾਨ ਸਾਹਿਬ ਨੂੰ ਬੇਨਤੀ ਕਰਾਂ, ਇਹ ਗਰੀਬ ਲੋਕ ਨੇ, ਗਰੀਬ ਏਰੀਆ ਸਾਡਾ, ਤੇ ਧੱਕਾ ਬਿਲਕੁਲ ਨਾ ਸਾਡੇ ਨਾਲ ਕਰਨ, ਨਾ ਹੀ ਅਸੀਂ ਧੱਕਾ ਫਿਰ ਬਰਦਾਸ਼ਤ ਕਰਾਂਗੇ। ਸਰਕਾਰ ਆਮ ਆਦਮੀ ਪਾਰਟੀ ਦੀ ਹੈ, ਤੁਹਾਡੇ 5 ਪਿੰਡਾਂ ਨੇ ਇਕੱਠ ਕੀਤਾ ਹੈ, ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨੂੰ ਬੁਲਾਉਣ ਦੀ ਬਜਾਏ ਕਿ ਮੰਤਰੀਆਂ ਨੂੰ ਬੁਲਾਉਣ ਦੀ ਬਜਾਏ ਤੁਸੀਂ ਐਮਪੀ ਮਨੀਸ਼ ਤਿਵਾੜੀ ਨੂੰ ਬੁਲਾਇਆ, ਕਾਰਨ ਕੀ? ਕਾਰਨ ਇਹ ਹੈ ਜੀ, ਅਸੀਂ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਅਨਮੋਲ ਗਗਨ ਜੀ ਨੂੰ ਮਿਲਣ ਵਾਸਤੇ ਕਈ ਵਾਰੀ ਜਾਏ, ਘੱਟੋ ਘੱਟ 9-10 ਵਾਰੀ ਜਾਏ। ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ, ਸਾਨੂੰ ਵਕਤ ਦੇ ਕੇ, ਸਾਨੂੰ ਟਾਈਮ ਦੇ ਕੇ ਸਾਡੇ ਨਾਲ ਗੱਲ ਨਹੀਂ ਕਰਦੇ, ਸਾਡੀ ਸੁਣਾਈ ਨਹੀਂ ਕਰਦੇ। ਇਸ ਕਰਕੇ ਮਜਬੂਰ ਹੋ ਕੇ ਅਸੀਂ ਐਮਪੀ ਤਿਵਾੜੀ ਸਾਹਿਬ ਨੂੰ, ਚਾਵਲਾ ਸਾਹਿਬ ਨੂੰ ਬੁਲਾਇਆ। ਇਹ ਸਾਡੇ ਇੱਕ ਛੋਟੇ ਜਿਹੇ ਸੁਨੇਹੇ ਦੇ ਉੱਤੇ ਸਾਡੇ ਗਰੀਬ ਲੋਕਾਂ ਦੀ ਗੱਲ ਸੁਣਨ ਵਾਸਤੇ ਇੱਥੇ ਆ ਗਏ। ਸਾਡਾ ਇਹੀ ਕਾਰਨ ਹੈ ਕਿ ਜਦੋਂ ਨਹੀਂ ਸਾਡੀ ਗੱਲ ਸੁਣਦੇ, ਇਸ ਕਰਕੇ ਅਸੀਂ ਇਹਨਾਂ ਨੂੰ ਇੱਥੇ ਬੁਲਾਇਆ। ਮੰਤਰੀ ਜਿਹੜੇ ਕੁਲਦੀਪ ਸਿੰਘ ਧਾਲੀਵਾਲ ਨੇ, ਮੁੱਖ ਮੰਤਰੀ ਪੰਜਾਬ ਨੂੰ, ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਕਦੇ ਆਪਣੇ ਮਸਲੇ ਬਾਰੇ? ਮੁੱਖ ਮੰਤਰੀ ਧਾਲੀਵਾਲ ਸਾਹਿਬ ਨੂੰ ਸਾਡੇ 2 ਬੰਦੇ ਮਿਲ ਕੇ ਆਏ ਸੀ, ਉਹਨਾਂ ਨੇ ਉਹਨਾਂ ਨੂੰ ਟਾਲ ਦਿੱਤਾ ਕਿ ਮੈਂ FCR ਸਾਹਿਬ ਦੇ ਨਾਲ ਮੀਟਿੰਗ ਕਰ ਰਿਹਾ। ਮੀਟਿੰਗ ਕੀ ਕਰਨੀ? ਉਹਨਾਂ ਤਾਂ ਹੁਕਮ ਹੀ ਕਰਤੇ, ਤੋੜ ਦਿਓ। ਅਸੀਂ 50 ਸਾਲ ਤੋਂ ਕਬਜ਼ਕਾਰ ਆਏ, ਉਹ ਇੱਕ ਦਿਨ ਦਾ ਇੰਤਕਾਲ ਚੜਾਏ ਹੋਏ ਕਬਜ਼ਕਾਰ ਹੋ ਗਏ, ਮਾਲਕ ਬਣ ਗਏ। ਸਾਡਾ 50 ਸਾਲ ਦਾ ਮਾਲਕਾਨਾ ਤੋੜ ਰਹੇ ਨੇ। ਇੱਕ ਦਿਨ ਦਾ ਮਾਲਕਾਨਾ ਜਾਇਜ਼ ਹੈ? ਦੱਸਿਆ ਜਾਵੇ। ਕੋਰਟ ਦੇ ਵਿੱਚ ਅਸੀਂ ਇਹ ਸਵਾਲ ਕਰਾਂਗੇ। ਕਿ ਸਨ ਪਿੰਡ ਨਿਵਾਸੀ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਅਸੀਂ ਧੱਕੇਸ਼ਾਹੀ ਦੇ ਖਿਲਾਫ ਆ, ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਧਰਨੇ ਵੀ ਲੱਗਣਗੇ ਸਰਕਾਰ ਦੇ ਖਿਲਾਫ, ਕਿਉਂਕਿ ਹੁਣ ਜਿਹੜਾ ਐਮਪੀ ਮਨੀਸ਼ ਤਿਵਾੜੀ ਅੱਗੇ ਮੰਗ ਰੱਖੀ ਸੀ, ਤਾਂ ਇਸ ਨੂੰ ਲੈ ਕੇ ਅੱਜ ਮਨੀਸ਼ ਤਿਵਾੜੀ ਨੇ ਵੱਡਾ ਐਲਾਨ ਕੀਤਾ ਕਿ ਅਸੀਂ ਪਿੰਡ ਵਾਸੀਆਂ ਵਾਸਤੇ ਫ੍ਰੀ ਕੇਸ ਲੜਾਂਗੇ, ਭਾਵੇਂ ਸੁਪਰੀਮ ਕੋਰਟ ਜਾਣਾ ਪਵੇ। ਦੂਜੇ ਪਾਸੇ ਪਾਰਲੀਮੈਂਟ ਦੇ ਵਿੱਚ ਵੀ ਇਹਨਾਂ ਦਾ ਮੁੱਦਾ ਚੁੱਕਾਂਗੇ ਕਿ ਸਰਕਾਰ ਜੋ ਬਦਲੀ ਨੀਤੀਆਂ ਦੇ ਨਾਲ ਇਹਨਾਂ ਪਿੰਡਾਂ ਦੇ ਉੱਤੇ ਕਾਰਵਾਈ ਕਰ ਰਹੀ ਹੈ ਤਾਂ ਉਹ ਕਿਸੇ ਵੀ ਤਰੀਕੇ ਦੇ ਨਾਲ ਬਰਦਾਸ਼ਤ ਨਹੀਂ ਹੋਣਗੇ। ਤਾਂ ਦੇਖਦੇ ਹਾਂ ਕਿ ਹੁਣ ਇਹਨਾਂ ਪਿੰਡਾਂ ਦੀ ਜ਼ਮੀਨਾਂ ਬਚਾਓ ਪਾਵੇਗੀ ਐਮਪੀ ਮਨੀਸ਼ ਤਿਵਾੜੀ, ਕਾਂਗਰਸ ਸਰਕਾਰ, ਤਾਂ ਆਉਣ ਵਾਲਾ ਟਾਈਮ ਦੱਸੇਗਾ। ਤੁਹਾਡੇ ਨਾਲ ਕੈਮਰਾਮੈਨ ਸੁਮਿਤ ਦੇ ਨਾਲ ਹਰਤੇਜ ਸਿੰਘ ਤੇਜੀ, HN1 ਨਿਊਜ਼।